ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਧਿਆਨ ਲਗਾਉਣ ਦੇ ਸੰਬੰਧ ਵਿੱਚ ਕੁਝ ਲਾਭਕਾਰੀ ਅਤੇ ਜ਼ਰੂਰੀ ਗੱਲਾਂ। ਧਿਆਨ ਲਗਾਉਣ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਸਾਧਕ ਨੂੰ ਹੇਠ ਲਿਖੀਆਂ ਗੱਲਾਂ ਵੱਲ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਨੰਬਰ 1, ਪ੍ਰਭੂ ਦਾ ਧਿਆਨ ਲਗਾਉਣ ਦੇ ਲਈ ਅੰਮ੍ਰਿਤ ਵੇਲੇ ਉਠੋ। ਤੜਕੇ 3 ਵਜੇ ਤੋਂ 6 ਵਜੇ ਤੱਕ ਦੇ ਸਮੇਂ ਨੂੰ ਅੰਮ੍ਰਿਤ ਵੇਲਾ ਜਾਂ ਬ੍ਰਹਮ ਮੁਹੂਰਤ ਕਹਿੰਦੇ ਹਨ। ਸਿਮਰਨ ਕਰਨ ਦਾ ਇਹ ਸੁਨਹਿਰੀ ਸਮਾਂ ਹੈ, ਕਿਉਂਕਿ ਇਸ ਸਮੇਂ ਸਭ ਪ੍ਰਕਿਰਤੀ ਸ਼ਾਂਤ ਹੁੰਦੀ ਹੈ ਅਤੇ ਸਾਧਕ ਦਾ ਮਨ ਵੀ ਸ਼ਾਂਤ ਅਤੇ ਚਿੰਤਾ ਰਹਿਤ ਹੁੰਦਾ ਹੈ, ਕਿਉਂਕਿ ਉਸ ਨੂੰ ਉਸ ਸਮੇਂ ਕਿਸੇ ਸੰਸਾਰਕ ਕੰਮ ਕਰਨ ਦੀ ਚਿੰਤਾ ਨਹੀਂ ਹੁੰਦੀ। ਇਸ ਲਈ ਅੰਮ੍ਰਿਤ ਵੇਲੇ ਬਿਸਤਰੇ ਤੋਂ ਉਠੋ। ਉਸ ਸਮੇਂ ਨਹਾਉਣਾ ਜ਼ਰੂਰੀ ਹੈ। ਹੋ ਸਕੇ ਜੇ ਕੋਈ ਸਰੀਰ ਢਿੱਲਾ ਮਿੱਠਾ ਗੱਲ ਵੱਖਰੀ ਹੈ ਤੇ ਨਹੀਂ 5 ਇਸ਼ਨਾਨਾਂ ਕਰ ਲਵੇ। ਜੇ ਕੋਈ ਇਹੋ ਜਿਹੀ ਗੱਲ, ਪਰ ਗੁਰੂ ਨਾਨਕ ਸਾਹਿਬ ਦੇ ਘਰ 'ਚ ਨਹਾਉਣਾ ਜ਼ਰੂਰੀ ਆ। ਆਮ ਜਿਹੜੇ ਲੋਕ ਆ ਉਹ ਨਹਾਉਣਾ ਨਹੀਂ ਸਮਝਦੇ, ਬਿਨਾਂ ਨਹਾਤੇ ਵੀ ਕਰਨ ਲੱਗ ਜਾਂਦੇ ਆ। ਪਰ ਗੁਰੂ ਘਰ 'ਚ ਕਰ ਇਸ਼ਨਾਨ ਸਿਮਰ ਪੁਰਬ ਆਪਣਾ ਮਨ ਤਨ ਪਏ ਅਰੋਗਾ। ਇਸ਼ਨਾਨ ਪਾਣੀ ਕਰਕੇ ਆਸਣ ਲਾ ਕੇ ਬੈਠ ਜਾਓ। ਸਭ ਪਾਸੋਂ ਮਨ ਹਟਾ ਕੇ ਈਸ਼ਵਰ ਚਿੰਤਨ ਵਿੱਚ ਲੱਗ ਜਾਓ। ਉਸ ਸਮੇਂ ਸੰਸਾਰ ਵੱਲੋਂ ਸੌ ਜਾਓ ਅਤੇ ਭਗਵਾਨ ਵੱਲੋਂ ਜਾਗੇ। ਉਸ ਸਮੇਂ ਮਨ ਕੋਈ ਹੋਰ ਕੰਮ ਨਾ ਕਰੇ ਔਰ ਬੰਦ ਕਰ ਬਾਹਰ ਦੇ ਦੁਆਰ ਅਤੇ ਝਾਕ ਜਰਾ ਅੰਦਰ। ਐਸਾ ਝਾਕ ਕੇ ਬਾਹਰ ਦੀ ਖਬਰ ਹੀ ਨਾ ਰਹੇ। ਇਹੀ ਚਿੱਤ ਬਿਰਤੀ ਨਿਰੋਧ ਹੈ। ਅਸਲੀ ਜਪ ਤਾਂ ਉਹੀ ਹੈ ਜਿਸ ਵਿੱਚ ਚਿੱਤ ਤਦਾਕਾਰ ਹੋ ਜਾਏ, ਭਜਨ ਕਰਦਾ ਕਰਦਾ ਉਹਦੇ 'ਚ ਲੀਨ ਹੋ ਜਾਏ। ਬਾਹਰ ਦਾ ਰੌਲਾ ਬੰਦ ਹੋਵੇਗਾ ਤਾਂ ਅੰਦਰ ਦੀ ਆਵਾਜ਼ ਸੁਣੇਗੀ। ਧਿਆਨ ਲਗਾਉਣ ਤੋਂ ਪਹਿਲਾਂ ਜੇਕਰ 3 ਵਾਰ ਪ੍ਰਾਣਾਯਾਮ ਕਰ ਲਓ ਤਾਂ ਬਹੁਤ ਹੀ ਚੰਗਾ ਹੈ। ਇਸ ਨਾਲ ਮਨ ਜਲਦੀ ਹੀ ਇਕਾਗਰ ਹੋ ਜਾਂਦਾ ਹੈ। ਬਾਬਾ ਫਰੀਦ ਫਰਮਾਉਂਦੇ ਹਨ, ਉੱਠ ਫਰੀਦਾ ਸੁੱਤਿਆ ਝਾੜੂ ਦੇ ਮਸੀਤ, ਤੂੰ ਸੁੱਤਾ ਰੱਬ ਜਾਗਦਾ, ਤੇਰੀ ਡਾਢੇ ਨਾਲ ਪ੍ਰੀਤ। ਤੇ ਉੱਠ ਕੇ ਝਾੜੂ ਫਿਰ ਸੇਵਾ ਕਰ। ਤੂੰ ਸੁੱਤਾ ਹੈ ਤੇ ਪਰਮੇਸ਼ਰ ਤਾਂ ਸਦਾ ਹੀ ਜਾਗਦਾ ਹੈ। ਜੇ ਤੇਰੀ ਉਸ ਨਾਲ ਪ੍ਰੀਤੀ ਹੈ ਤੇ ਤੂੰ ਜਾਗ ਔਰ ਭਜਨ ਕਰ। ਸ਼ੁਰੂ ਵਿੱਚ ਸਰੀਰ ਦੀ ਸੁੱਧ ਨੂੰ ਭੁਲਾਉਣਾ ਮੁਸ਼ਕਲ ਹੋਵੇਗਾ, ਕਿਉਂਕਿ ਮਨ ਵਿੱਚ ਸੰਕਲਪ ਉੱਠਣਗੇ। ਜਾਂ ਤਾਂ ਉੱਧਰ ਹੋ ਜਾ ਖੰਘ ਨਾ ਵਿੱਚ ਸੰਕਲਪ ਉੱਠਣਗੇ, ਪਰ ਧੀਰਜ ਨਾਲ ਲੱਗੇ ਰਹੋ। ਅੰਤ ਵਿੱਚ ਸਫਲਤਾ ਤੁਹਾਡੇ ਪੈਰ ਚੁੰਮੇਗੀ। ਪਰ ਜੇਕਰ ਆਪ ਦਾ ਧਿਆਨ ਬਾਹਰ ਵੱਲ ਗਿਆ ਤਾਂ ਆਪ ਪੌੜੀਆਂ ਤੋਂ ਡਿੱਗੀ ਗੇਂਦ ਦੀ ਤਰ੍ਹਾਂ ਥੱਲੇ ਹੀ ਥੱਲੇ ਜਾਵੋਗੇ। ਜਿਲੇ ਫਿਰ ਭਜਨ ਕਰਦਾ ਡਿੱਗ ਪੈਂਦਾ ਨਾ, ਜਿਵੇਂ ਗੇਂਦ ਜਾਂਦੀ ਹੈ, ਇਉਂ ਪਹਾੜ ਤੋਂ ਜਿਵੇਂ ਕੋਈ ਰੁੜਦਾ, ਇਹ ਤਰੱਕੀ ਨਹੀਂ ਹੁੰਦੀ। ਜਦੋਂ ਤੁਰੇ ਰਹੀਏ ਫਿਰ ਤਾਂ ਕੋਈ ਮੰਜ਼ਿਲ ਮਿਲ ਜਾਂਦੀ ਹੈ, ਅਤੇ ਜੇ ਵਿੱਚੇ ਛੱਡ ਕੇ ਦੌੜ ਜਾਈਏ ਫਿਰ ਨਹੀਂ ਗੱਲ ਬਣਨੀ। ਦੁਨਿਆਵੀ ਪੜ੍ਹਾਈ ਵੀ ਵਿੱਚੇ ਛੱਡ ਦੇ, ਉੱਥੇ ਰਹਿ ਗਿਆ। ਕੋਈ ਕੰਮ ਛੱਡ ਦੇ, ਉਹ ਵੀ ਉੱਥੇ ਰਹਿ ਜਾਂਦਾ। ਭਜਨ ਕਰਦੇ ਹਾਂ ਜਿੰਨਾ ਚਿਰ ਕੋਈ ਮੰਜ਼ਿਲ ਨਹੀਂ ਮਿਲਦੀ, ਉਹਨਾਂ ਚਿਰ ਤੁਰੇ ਰਹਿਣਾ ਚਾਹੀਦਾ, ਫਿਰ ਮਕਾਮ 'ਤੇ ਪਹੁੰਚੂਗਾ। ਉਹ ਜਿਵੇਂ ਕੋਈ ਖੂਹ ਪੁੱਟਦਾ ਸੀ, ਉਹ ਟੋਆ ਪੁੱਟੇ ਪਾਣੀ ਨਿਕਲੇ ਨਾ, ਕਹਿੰਦੇ ਜੀ ਪਾਣੀ ਨਹੀਂ ਆਉਂਦਾ। ਸੰਤ ਕਹਿੰਦੇ ਆ 50 ਟੋਏ ਪੁੱਟੇ, ਜੇ ਕੋਈ ਪੁੱਟ ਲੈਂਦਾ ਪਾਣੀ ਆ ਜਾਣਾ ਸੀ। ਥੱਲੇ ਤੁਰਿਆ ਰਹਿੰਦਾ, ਪਾਣੀ ਆ ਜਾਣਾ ਸੀ। ਪਾਣੀ ਤਾਂ ਹੈਗਾ, ਪਾਣੀ ਦੀ ਸੱਤਾ 'ਤੇ ਪਹੁੰਚਿਆ ਨਹੀਂ, ਦਿਲ ਛੱਡ ਕੇ ਗਾਂਹ ਦੇ ਗਾਂਹ ਪੁੱਟੀ ਗਿਆ। ਸੰਸਾਰ ਦਾ ਵੀ ਮੈਂ 4 ਕੁ ਦਿਨ ਕਰ ਲਿਆ, ਮੁੜ ਕੇ ਫਿਰ ਭੱਜਦੇ ਆ। ਫਿਰ ਹਾਂਜੀ ਮੰਜ਼ਿਲ ਨਹੀਂ ਮਿਲਦੀ ਕੋਈ ਵੀ। ਨੰਬਰ 2, ਈਸ਼ਵਰ ਦਾ ਚਿੰਤਨ ਕਰਨ ਦੇ ਲਈ ਘਰ ਵਿੱਚ ਇੱਕ ਅਲੱਗ ਕਮਰਾ ਜਾਂ ਇਕਾਂਤ ਸਥਾਨ ਹੋਵੇ
ਤਾਂ ਬਹੁਤ ਹੀ ਚੰਗਾ ਹੈ। ਇਸ ਨਾਲ ਧਿਆਨ ਵਿੱਚ ਬਹੁਤ ਸਹਾਇਤਾ ਮਿਲਦੀ ਹੈ। ਇਹ ਬੱਚਿਆਂ ਦੇ ਸੰਸਕਾਰ ਬਦਲਣ ਦਾ ਵੀ ਪਰਮ ਸਾਧਨ ਹੈ। ਪਰ ਜਿਸ ਘਰ ਵਿੱਚ ਇੱਕ ਹੀ ਕਮਰਾ ਹੋਵੇ, ਉੱਥੇ ਰਾਤ ਨੂੰ 3 ਵਜੇ ਉੱਠ ਕੇ ਜਾਪ ਕਰੋ, ਫਿਰ ਤਾਂ ਤੜਕੇ ਕਰ ਲਵੇ ਕਹਿੰਦੇ, ਦਿਨ ਨੂੰ ਤਾਂ ਫਿਰ ਰੌਲਾ ਰੱਪਾ ਹੀ ਹੋਣਾ ਨਾ। ਘਰ ਵਿੱਚ ਜੇਕਰ ਇਕਾਂਤ ਸਥਾਨ ਨਾ ਮਿਲੇ ਤਾਂ ਘਰ ਦੀ ਠਿਕ ਠਿਕ ਅਤੇ ਚੀਂ ਚੀਂ ਵਿੱਚ ਹੀ ਜਾਪ ਕਰਨਾ ਹੋਵੇਗਾ। ਮਨ ਦੇ ਘੋੜੇ ਨੂੰ ਪਾਣੀ ਜ਼ਰੂਰ ਪਿਲਾਓ, ਨਹੀਂ ਤਾਂ ਫਿਰ ਸਮਾਂ ਨਹੀਂ ਮਿਲੇਗਾ ਅਤੇ ਇਹ ਪਿਆਸਾ ਹੀ ਰਹਿ ਜਾਏਗਾ। ਨੰਬਰ 3, ਸੁਖ ਆਸਣ ਲਗਾਓ। ਭਾਵ ਜਿਸ ਤਰ੍ਹਾਂ ਤੁਸੀਂ ਆਸਾਨੀ ਨਾਲ ਬਿਨਾਂ ਕਿਸੇ ਮੁਸ਼ਕਿਲ ਦੇ ਵੱਧ ਤੋਂ ਵੱਧ ਸਮੇਂ ਤੱਕ ਬੈਠ ਸਕੋ, ਉਹੀ ਆਸਣ ਤੁਹਾਡੇ ਲਈ ਠੀਕ ਹੈ। ਜੇ ਹੁਣ ਕਹੀਏ ਵੀ ਪਦਮ ਆਸਣ ਲਾਓ, ਅਤੇ ਜਿਹਦੀਆਂ ਲੱਤਾਂ ਨਹੀਂ ਮੁੜਦੀਆਂ ਉਹਦੇ ਲਈ ਤਾਂ ਔਖਾ ਹੀ ਹੈ ਨਾ। ਜੇਕਰ ਆਸਣ ਸੁਖਕਾਰੀ ਨਹੀਂ ਹੋਵੇਗਾ ਤਾਂ ਧਿਆਨ ਆਸਣ ਵਿੱਚ ਹੀ ਰਹੇਗਾ ਅਤੇ ਧਿਆਨ ਨਹੀਂ ਲੱਗ ਸਕੇਗਾ। ਬੈਠਣ ਦਾ ਆਸਣ ਵੀ ਸਥਿਰ ਹੋਵੇ। ਸਥਿਰ ਆਸਣਮ ਸਥਿਰ ਹੋਣਾ ਚਾਹੀਦਾ, ਹਿੱਲੇ ਜੁਲੇ ਨਾ, ਨਹੀਂ ਤਾਂ ਸਰੀਰ ਦੇ ਹਿੱਲਣ ਅਤੇ ਜੁਲਣ ਨਾਲ ਮਨ ਵੀ ਹਿੱਲ ਜਾਏਗਾ ਅਤੇ ਮਨ ਟਿਕ ਨਹੀਂ ਸਕੇਗਾ। ਸਰੀਰ, ਹੱਥ, ਪੈਰ, ਸਿਰ, ਅੱਖਾਂ ਵੀ ਨਾ ਹਿੱਲਣ, ਕਿਉਂਕਿ ਸਰੀਰ ਦੇ ਹਿੱਲ ਜਾਣ ਨਾਲ ਮਨ ਵੀ ਉਸੇ ਤਰ੍ਹਾਂ ਹਿੱਲ ਜਾਂਦਾ ਹੈ, ਜਿਵੇਂ ਘੜੇ ਦੇ ਹਿੱਲਣ ਨਾਲ ਘੜੇ ਦਾ ਪਾਣੀ ਵੀ ਹਿੱਲ ਜਾਂਦਾ ਹੈ। ਛਾਤੀ, ਧੌਣ ਅਤੇ ਸਿਰ ਇੱਕ ਸੇਧ ਵਿੱਚ ਹੋਣ। ਸਿੱਧੇ ਬੈਠ ਜਾਓ, ਜ਼ਿਆਦਾ ਆਕੜ ਕੇ ਵੀ ਨਾ ਬੈਠੋ। ਚੌਥਾ, ਗੋਡਿਆਂ 'ਤੇ ਹੱਥ ਸਿੱਧੇ ਜਾਂ ਉਲਟੇ ਰੱਖ ਸਕਦੇ ਹੋ। ਗੋਡਿਆਂ ਦੀ ਬਜਾਏ ਸਾਹਮਣੇ ਇੱਕ ਹੱਥ ਅਤੇ ਦੂਜਾ ਹੱਥ ਰੱਖ ਕੇ ਵੀ ਬੈਠ ਸਕਦੇ ਹੋ। ਅੰਗੂਠਾ ਬ੍ਰਹਮ ਹੈ ਅਤੇ ਨਾਲ ਦੀ ਉਂਗਲੀ ਜੀਵਾਤਮਾ ਹੈ। ਬਾਕੀ 3 ਉਂਗਲੀਆਂ 3 ਗੁਣ ਰਾਜ ਤਮ ਸਤ ਹਨ। ਤਿੰਨਾਂ ਗੁਣਾਂ ਤੋਂ ਨਿਆਰਾ ਰਹਿ ਕੇ ਆਤਮਾ ਨੂੰ ਪਰਮਾਤਮਾ ਨਾਲ ਜੋੜ ਦਿਓ। ਇਸ ਲਈ ਅੰਗੂਠਾ ਅਤੇ ਅੰਗੂਠੇ ਦੇ ਨਾਲ ਵਾਲੀ ਉਂਗਲੀ ਜੋੜ ਕੇ ਦੋਵੇਂ ਹੱਥ ਸਿੱਧੇ ਗੋਡਿਆਂ 'ਤੇ ਰੱਖ ਕੇ ਬੈਠ ਸਕਦੇ ਹੋ। ਬਾਹਾਂ ਭੁਜਾਵਾਂ ਤਾਣ ਕੇ ਰੱਖੋ। ਸਿੱਧੇ ਚੌਂਕੜੀ ਲਾ ਕੇ ਬੈਠੋ, ਨਹੀਂ ਤਾਂ ਚੰਚਲਤਾ, ਬਖੇਪ, ਨੀਂਦ ਅਤੇ ਆਲਸ ਆਦਿ ਵਿਘਨ ਆ ਪੈਣਗੇ, ਇਹ ਘੇਰਨਗੇ। ਪੰਜਵਾਂ, ਤੇ ਆਸਣ ਵਿਧੀ। ਬੈਠਣ ਦਾ ਆਸਣ, ਸਮਾਂ ਅਤੇ ਸਥਾਨ ਇੱਕ ਹੀ ਹੋਣੇ ਚਾਹੀਦੇ ਹਨ। ਇੱਕ ਹੀ ਸਾਧਨ ਅਪਣਾਓ। ਸਾਧਨ ਆਦਿ ਬਾਰ ਨਾ ਬਦਲੋ। ਲੰਮੇ ਸਮੇਂ ਦਾ ਧਿਆਨ ਲਾਉਣ ਦਾ ਅਭਿਆਸ ਕਰਨਾ ਹੋਵੇਗਾ। ਆਸ਼ਾਵਾਦੀ ਬਣੋ, ਨਿਰਾਸ਼ਾ ਨਾ ਹੋਵੇ। ਮਨ ਤੇ ਵਿੱਚ ਖੁੱਭਿਆ, ਅਸਖਤ, ਪੂਰਾ ਗਹਿ ਵਿੱਚ ਹੋ ਜਾਏ, ਪਕੜ ਪੂਰੀ ਹੋਵੇ। ਭਾਵ ਧੇ ਦੇ ਸਿਵਾ ਹੋਰ ਕਿਸੇ ਚੀਜ਼ ਨੂੰ ਨਾ ਦੇਖੇ। ਜਿਵੇਂ ਅਰਜਨ ਨੇ ਕਿਹਾ ਸੀ, ਮੈਨੂੰ ਤਾਂ ਸਿਰਫ ਪੰਛੀ ਦੀ ਅੱਖ ਦਿਸਦੀ ਹੈ। ਇਸ ਤਰ੍ਹਾਂ ਧੇ ਵਿੱਚ ਧਿਆਨ ਲਗਾਉਣ ਦੀ ਪੂਰੀ ਕੋਸ਼ਿਸ਼ ਕਰੋ। ਜਿਵੇਂ ਕਹਿੰਦੇ ਸੀ ਉਹ ਸਾਹਮਣੇ ਕੀ ਹੈ, ਹਾਂਜੀ, ਇਹ ਕਹਿੰਦਾ ਜੀ ਪੰਛੀ ਦੁਆਜੂ ਦੇ ਖੰਭ ਦੇ ਤੀਜਾ ਪਰ। ਅਰਜਨ ਨੂੰ ਪੁੱਛਿਆ, ਕਹਿੰਦਾ ਅੱਖ। ਤੀਰ ਛੱਡਿਆ, ਫੜਕ ਤੀਰ ਵੱਜਾ। ਇਸ ਤਰ੍ਹਾਂ ਸੂਰਮੇ ਦਾ ਵੀ ਨਿਸ਼ਾਨਾ, ਅਤੇ ਜਿਨ ਮਨ ਰੂਪੀ ਬੈਰੀਆਂ ਨੂੰ ਜਿੱਤਣਾ, ਉਹਨੂੰ ਵੀ ਨਿਸ਼ਾਨਾ ਇੱਕ ਬਣਾਉਣਾ ਪੈਣਾ। ਮਨ ਸੰਸਾਰ ਵਿੱਚ ਤਨ ਸਾਧਾਂ ਦੇ ਸੰਗ ਹੈ। ਕੋਰੀ ਕੀ ਕੋਰੀ ਰਹੇ, ਚੜ੍ਹੇਗਾ ਨਾ ਰੰਗ ਹੈ। ਬੈਠਾ ਤਾਂ ਇੱਥੇ ਆ ਬੁੱਧੂ, ਅਤੇ ਮਨ ਘੁੰਮਦਾ ਰਾਜਾ ਸੰਸੀ। ਇਹ ਗੱਲ ਕਿਵੇਂ ਬਣੇਗੀ ਹੈਂ। ਨੰਬਰ 6, ਗਰਮੀ ਸਰਦੀ ਦੇ ਅਨੁਸਾਰ ਆਪਣੇ ਉੱਪਰ ਓਨਾ ਹੀ ਕੱਪੜਾ ਵਸਤਰ ਰੱਖੋ ਜਿੰਨਾ ਜ਼ਰੂਰੀ ਹੋਵੇ। ਲੱਕ ਦਾ ਕੱਪੜਾ ਕੁਝ ਢਿੱਲਾ ਹੋਵੇ, ਬਹੁਤਾ ਕੱਸਿਆ ਹੋਇਆ ਨਾ ਹੋਵੇ। 7ਵਾਂ, ਜੇਕਰ ਧਿਆਨ ਲਗਾਉਂਦੇ ਸਮੇਂ ਨੀਂਦ ਆ ਜਾਵੇ ਤਾਂ ਖੜੇ ਹੋ ਜਾਓ, ਜਾਂ ਕਮਰੇ ਵਿੱਚ ਸੈਰ ਕਰੋ, ਜਾਂ ਠੰਡੇ ਪਾਣੀ ਨਾਲ ਮੂੰਹ 'ਤੇ ਛਿੱਟੇ ਮਾਰ ਲਵੋ। ਥਕਾਵਟ ਮਹਿਸੂਸ ਹੋਵੇ ਅਤੇ ਲੱਤਾਂ ਪਸਾਰ ਲਵੋ, ਜਾਂ ਥੋੜ੍ਹੀ ਦੇਰ ਲਈ ਕੰਧ, ਬੈਰਾਗਣ ਆਦਿ ਦਾ ਸਹਾਰਾ ਲੈ ਲਵੇ। 8ਵਾਂ, ਜੇਕਰ ਤੁਰਕੜੀ ਵਿੱਚ ਧਿਆਨ ਲਗਾਉਣ ਨਾਲ ਸਿਰ ਦਰਦ ਕਰੇ ਤਾਂ ਹਿਰਦੇ ਕਮਲ ਆਦਿ ਵਿੱਚ ਧਿਆਨ ਲਗਾਓ। ਜੇਕਰ ਉੱਥੇ ਵੀ ਦਰਦ ਹੋਵੇ ਤਾਂ ਬਾਹਰ ਦੀ ਕਿਸੇ ਚੀਜ਼, ਜਿਵੇਂ ਚੰਦ ਦਾ ਪ੍ਰਕਾਸ਼, ਆਕਾਸ਼, ਸਮੁੰਦਰ ਆਦਿ ਦਾ ਧਿਆਨ ਲਗਾਓ।
ਰਾਜ ਜੋਗੀ ਤ੍ਰਿਕਟ ਧਿਆਨ ਲਗਾਉਂਦਾ ਹੈ। ਜੋ ਜਾਗਰਤ ਅਵਸਥਾ ਵਿੱਚ ਮਨ ਦਾ ਸਥਾਨ ਹੈ, ਇੱਥੇ ਧਿਆਨ ਲਗਾਉਣ ਨਾਲ ਮਨ ਆਸਾਨੀ ਨਾਲ ਬਸ ਵਿੱਚ ਆ ਜਾਂਦਾ ਹੈ। ਪਰ ਭਗਤ ਦਿਲ ਵਿੱਚ ਧਿਆਨ ਲਗਾਉਂਦਾ ਹੈ। ਜੇ ਹਾਵ ਭਾਵ ਦਾ ਸਥਾਨ ਹੈ, ਧਿਆਨ ਲਗਾਉਂਦੇ ਸਮੇਂ ਕਿਸੇ ਚੀਜ਼ ਤੋਂ ਨਾ ਡਰੇ, ਭਾਵੇਂ ਕਿੰਨੀ ਵੀ ਭਿਆਨਕ ਚੀਜ਼ਾਂ ਤੁਹਾਡੀਆਂ ਅੱਖਾਂ ਸਾਹਮਣੇ ਆਵੇ, ਡਰੇ ਨਾ। ਨੌਵਾਂ ਧਿਆਨ ਲਗਾਉਣ ਦੇ ਸਮੇਂ ਅੱਖਾਂ ਖੋਲ੍ਹ ਸਕਦੇ ਹੋ ਜਾਂ ਬੰਦ ਰੱਖ ਸਕਦੇ ਹੋ, ਜਾਂ ਅੱਖਾਂ ਅੱਧੀਆਂ ਖੁੱਲ੍ਹੀਆਂ ਰੱਖ ਸਕਦੇ ਹੋ, ਜਿਵੇਂ ਵੀ ਤੁਹਾਡੇ ਧਿਆਨ ਲਗਾਉਣ ਵਿੱਚ ਆਸਾਨੀ ਹੋਵੇ। ਸ਼੍ਰੀ ਗੀਤਾ ਵਿੱਚ ਨਜ਼ਰ ਨੂੰ ਨੱਕ ਦੇ ਅਗਲੇ ਸਿਰੇ 'ਤੇ ਲਗਾਉਣ ਲਈ ਕਿਹਾ ਹੈ, ਤਾਂ ਕਿ ਨਜ਼ਰ ਇੱਧਰ ਉੱਧਰ ਨਾ ਜਾਵੇ ਅਤੇ ਮਨ ਦੀ ਚੰਚਲਤਾ ਦੂਰ ਹੋ ਜਾਵੇ। ਪਰ ਮਨ ਆਪਣੇ ਧੇ ਵਿੱਚ ਹੀ ਲਗਾਉਣਾ ਹੈ। ਕੇਵਲ ਨਜ਼ਰ ਹੀ ਨੱਕ ਦੇ ਅਗਲੇ ਭਾਗ 'ਤੇ ਜਮਾਉਣੀ ਹੈ। ਪਰ ਜਿਨ੍ਹਾਂ ਨੂੰ ਅੱਖਾਂ ਬੰਦ ਕਰਕੇ ਧਿਆਨ ਲਗਾਉਣ ਦੀ ਆਦਤ ਹੈ, ਉਹ ਅੱਖਾਂ ਬੰਦ ਕਰਕੇ ਧਿਆਨ ਲਗਾਉਣ। ਕੋਈ ਹਰਜ ਦੀ ਗੱਲ ਨਹੀਂ। ਸਿਰਫ ਇਸ ਗੱਲ ਦਾ ਧਿਆਨ ਰੱਖੋ ਕਿ ਅੱਖਾਂ ਬੰਦ ਕਰਕੇ ਧਿਆਨ ਲਗਾਉਣ ਨਾਲ ਨੀਂਦ ਨਾ ਆ ਜਾਵੇ। ਜੇਕਰ ਅੱਖਾਂ ਬੰਦ ਕਰਕੇ ਨੀਂਦ ਆ ਜਾਂਦੀ ਹੋਵੇ ਤਾਂ ਅੱਖਾਂ ਖੋਲ੍ਹ ਕੇ ਜਾਂ ਅੱਧੀਆਂ ਅੱਖਾਂ ਬੰਦ ਕਰਕੇ ਧਿਆਨ ਲਗਾਓ, ਤਾਂ ਫਿਰ ਨੀਂਦ ਨਹੀਂ ਆਵੇਗੀ। ਸ਼ੁਰੂ ਵਿੱਚ ਵਿਘਨ ਤਾਂ ਚੰਚਲਤਾ ਵਿਖੇਪ ਦੂਰ ਕਰਨ ਦੇ ਲਈ ਅੱਖਾਂ ਬੰਦ ਕਰਕੇ ਧਿਆਨ ਲਗਾ ਸਕਦੇ ਹਾਂ, ਪਰ ਬਾਅਦ ਵਿੱਚ ਅੱਖਾਂ ਖੋਲ੍ਹ ਕੇ ਵੀ ਧਿਆਨ ਲਗਾਉਣਾ ਹੋਵੇਗਾ। ਜੇਕਰ ਤੁਸੀਂ ਅੱਖਾਂ ਖੋਲ੍ਹ ਕੇ ਧਿਆਨ ਲਗਾ ਸਕੋ ਤਾਂ ਤਦ ਹੀ ਤੁਹਾਨੂੰ ਪੂਰਨ ਮੁਕੰਮਲ ਕਹੇ ਜਾ ਸਕਦੇ ਹੋ। ਨਗਰ ਦੀ ਚਹਿਲ ਪਹਿਲ ਵਿੱਚ ਵੀ ਮਨ ਦੇ ਸੰਤੁਲਨ ਤਵਾਜ਼ਨ ਜਿਹੜਾ ਸਮਤਲ ਰਹਿਣਾ ਨੂੰ ਸਥਿਰ ਰੱਖੇ। ਜਦੋਂ ਨਗਰ ਦੇ ਸਭ ਤੋਂ ਥਾਂ ਰੌਣਕ ਬਾਜ਼ਾਰ ਵਿੱਚੋਂ ਵੀ ਇੰਝ ਲੰਘ ਜਾਓਗੇ ਜਿਵੇਂ ਜੰਗਲ ਵਿੱਚੋਂ ਲੰਘ ਰਹੇ ਹੋ, ਤਾਂ ਤਦੋਂ ਹੀ ਤੁਸੀਂ ਪੂਰਨ ਹੋਣ ਦੇ ਅਧਿਕਾਰੀ ਹੋ ਸਕਦੇ ਹੋ। ਨੰਬਰ 10ਵਾਂ, ਜਦੋਂ ਦਾ ਆਹਾਰ ਵਿਹਾਰ ਵਿਵਹਾਰ ਆਚਾਰ ਸ਼ੁੱਧ ਨਾ ਹੋਵੇ, ਤਦੋਂ ਤੱਕ ਭਜਨ ਵਿੱਚ ਮਨ ਨਹੀਂ ਲੱਗਦਾ। ਮਨ ਸ਼ੁੱਧ ਕੀਤੇ ਬਿਨਾਂ ਆਪਣਾ ਅਸਲੀ ਸਰੂਪ ਨਜ਼ਰ ਨਹੀਂ ਆ ਸਕਦਾ ਹੈ। ਇਸ ਲਈ ਮਨ ਵਿੱਚ ਚੰਗੇ ਵਿਚਾਰ ਰੱਖੋ। ਬੁਰੇ ਵਿਚਾਰ ਮਨ ਵਿੱਚ ਥਾਂ ਨਾ ਦੇਖ ਕੇ ਆਪਣੇ ਆਪ ਹੀ ਭੱਜ ਜਾਣਗੇ। ਭਗਤ ਕਬੀਰ ਜੀ ਫਰਮਾਉਂਦੇ ਹਨ, ਕਬੀਰ ਮਨ ਨਿਰਮਲ ਪਿਆ ਜੈਸਾ ਗੰਗਾ ਨੀਰ, ਪਾਛੈ ਲਾਗੋ ਹਰ ਫੇਰੈ ਕਹਿਤ ਕਬੀਰ ਕਬੀਰ। ਇਸ ਕਰਕੇ ਅਵੇ ਦਫੇ ਅਭਿਆਸ ਕਰਨਾ ਪੈਂਦਾ ਹੈ। ਪਰ ਕੇਵਲ ਪਵਿੱਤਰ ਜੀਵਨ ਹੀ ਕਾਫੀ ਨਹੀਂ, ਧਿਆਨ ਨਾਲ ਹੀ ਅੰਤ ਵਿੱਚ ਪ੍ਰਭੂ ਦੇ ਦਰਸ਼ਨ ਹੋ ਸਕਦੇ ਹਨ। ਕਈ ਕਹਿੰਦੇ ਮਨ ਸ਼ੁੱਧ ਚਾਹੀਦਾ, ਭਜਨ ਕਰਨ ਦੀ ਕੀ ਲੋੜ ਆ? ਕਹਿੰਦੇ ਨਹੀਂ, ਜੇ ਸ਼ੁੱਧ ਮਨ ਹੈ ਫਿਰ ਤਾਂ ਜ਼ਿਆਦਾ ਭਜਨ ਕਰਨਾ ਚਾਹੀਦਾ। ਖੇਤ ਸਾਫ਼ ਹੋਵੇ, ਉਹ 'ਚ ਬੀਜ ਬੀਜਿਆ ਸਫਲ ਹੋਊਗਾ, ਅਤੇ ਜੇ ਸਾਫ਼ ਹੈਗਾ ਬੀਜ ਨਹੀਂ ਬੀਜਿਆ ਫਿਰ ਤਾਂ ਬੋਲ ਨਹੀਂ ਲੱਗਣਾ, ਬੋਲ ਲੱਗ ਜੂਗਾ। ਸਾਫ਼ ਮਨ ਤਾਂ ਸਗੋਂ ਜ਼ਿਆਦਾ ਕਰਨਾ ਚਾਹੀਦਾ, ਅਤੇ ਸਾਫ਼ ਹੋਇਆ ਅਤੇ ਫਿਰ ਹੀ ਟਿਕੂਗਾ। 11ਵਾਂ, ਧਿਆਨ ਸ਼ਰਧਾ ਪੂਰਵ ਲਗਾਇਆ ਜਾਵੇ। ਭਾਵਨਾ ਵਿੱਚ ਵੀ ਦੇਵ ਹੈ, ਭਾਵੋ ਹੀ ਵਿਦਤੇ ਦੇਵਾ। ਭਾਵਨਾ 'ਚੋਂ ਦੇਵਤਾ ਪ੍ਰਗਟ ਹੁੰਦਾ ਹੈ। ਭਾਵਨਾ ਵਿਹੀਨ ਕੈਸੇ ਪਾਵੇ ਜਗਦੀਸ਼ ਕੋ। ਜਿਹਦੀ ਭਾਵਨਾ ਹੀ ਨਹੀਂ, ਸ਼ਰਧਾ ਨੂੰ ਉਹਨੂੰ ਕੀ ਮਿਲ ਲੈਣਾ ਦੇਣਾ। ਲੱਕੜੀ ਕਾਗਜ਼ ਜਾਂ ਪੱਥਰ ਵਿੱਚ ਨਹੀਂ, ਜਿਸ ਦੇ ਦਿਲ ਵਿੱਚ ਸ਼ਰਧਾ ਅਤੇ ਭਗਤੀ ਹੈ, ਉਸ ਦੇ ਦਿਲ ਵਿੱਚ ਹੀ ਪਰਮਾਤਮਾ ਦਾ ਪ੍ਰਕਾਸ਼ ਹੁੰਦਾ ਹੈ। ਧਿਆਨ ਵਿੱਚ ਰੁਚੀ ਨਾਲ ਇਕਾਗਰਤਾ ਅਤੇ ਇੱਛਾ ਸ਼ਕਤੀ ਵੱਧਦੀ ਹੈ। ਇਕਾਗਰਤਾ ਹੀ ਮਾਨਸਿਕ ਨਿਪੁੰਨਤਾ ਦੀਕਸ਼ਤਾ ਦਾ ਜ਼ਰੂਰੀ ਅੰਗ ਹੈ। ਜਿਹੜਾ ਗੁਰੂ ਦਾ ਉਪਦੇਸ਼ ਹੈ, ਉਹਦੀ ਕਮਾਈ ਦਾ ਜ਼ਰੂਰੀ ਅੰਗ ਹੈ ਇਹ। ਇਸ ਨਾਲ ਹੀ ਠੀਕ ਗਿਆਨ ਪ੍ਰਾਪਤ ਹੁੰਦਾ ਹੈ। ਇੱਕ ਤਾਂ ਸਿੱਖਿਆ ਹੁੰਦੀ ਹੈ ਨਾ, ਇੱਕ ਹੁੰਦੀ ਦੀਖਿਆ, ਜਿਹੜਾ ਗੁਰੂ ਤੋਂ ਮੰਤਰ ਲੈ ਕੇ ਕਮਾਈ ਕਰਨੀ। ਕਿਉਂਕਿ ਧਿਆਨ ਨਾਲ ਕਿਸੇ ਚੀਜ਼ ਨੂੰ ਦੇਖਣ ਨਾਲ ਹੀ ਇਸ ਦੀ ਅਸਲੀਅਤ ਸਮਝ ਆ ਸਕਦੀ ਹੈ। 12ਵਾਂ, ਸਾਤਵਕ ਅਤੇ ਹਲਕਾ ਭੋਜਨ ਧਿਆਨ ਲਗਾਉਣ ਦੇ ਲਈ ਅਤੀ ਜ਼ਰੂਰੀ ਹੈ। ਇਹ ਨਹੀਂ ਵੀ ਖੋਤੇ ਮੂੰਹ ਪੇਟ ਭਰ ਲਿਆ ਫਿਰ ਤਾਂ ਗੱਲ ਔਖੀ ਹੈ ਨਾ। ਜ਼ਿਆਦਾ ਖਾਣਾ ਧਿਆਨ ਵਿੱਚ ਰੁਕਾਵਟ ਪਾਉਂਦਾ ਹੈ। ਵਿਸ਼ੇਸ਼ ਕਰਕੇ ਰਾਤ ਦਾ ਭੋਜਨ ਬਹੁਤ ਹਲਕਾ ਹੋਵੇ। ਪੇਟ ਦੀ ਪਾਲਣਾ ਜ਼ਰੂਰ ਕਰੋ, ਪਰ ਪੇਟੂ ਨਾ ਬਣੋ, ਇਹ ਠੋਕੀ ਜਾਣਾ। ਭੋਜਨ ਨਾਲ ਭਰਿਆ ਪੇਟ ਧਿਆਨ ਵਿੱਚ ਇੱਕ ਭਾਰੀ ਰੁਕਾਵਟ ਹੈ। ਜ਼ਿਆਦਾ ਖਾ ਲੈਣ ਨਾਲ ਨੀਂਦ ਅਤੇ ਸੁਸਤੀ ਆ ਘੇਰਦੀ ਹੈ।
ਜੇਕਰ ਰਾਤ ਨੂੰ ਪੇਟ ਭਾਰੀ ਹੋਵੇਗਾ ਤਾਂ ਨੀਂਦ ਵੀ ਠੀਕ ਨਹੀਂ ਆਉਂਦੀ। ਰਾਤ ਨੂੰ ਹਲਕਾ ਭੋਜਨ ਕਰਨ ਨਾਲ ਗਹਿਰੀ ਨੀਂਦ ਆ ਜਾਵੇਗੀ ਅਤੇ 6 ਘੰਟੇ ਦੀ ਗਹਿਰੀ ਨੀਂਦ 8 ਘੰਟਿਆਂ ਦੀ ਸਧਾਰਨ ਨੀਂਦ ਤੋਂ ਚੰਗੀ ਹੈ। ਜੇ ਸਹੀ ਨੀਂਦ ਆ ਜਾਏ ਫਿਰ ਥੋੜ੍ਹੀ ਜਿਹੀ ਘਰ ਪੂਰਾ ਹੋ ਜਾਂਦਾ। ਜੇ ਪਾਸੀ ਮਾਰੇ ਗਿਆ ਫਿਰ 8 ਘੰਟੇ ਵੀ ਕੁਛ ਨਹੀਂ। ਇਸ ਲਈ ਹਲਕਾ ਸਾਤਵਕ ਭੋਜਨ ਖਾਣ ਨਾਲ ਆਪ ਨੂੰ ਰੋਜ਼ ਸਵੇਰੇ ਉੱਠਣ ਦੀ ਵੀ ਆਦਤ ਪੈ ਜਾਵੇਗੀ, ਕਿਉਂਕਿ ਵਿਘਨ ਦੀ ਲੰਮੇ ਨੀਂਦ ਦੀ ਬਜਾਏ ਥੋੜ੍ਹੀ ਦੇਰ ਗਹਿਰੀ ਨੀਂਦ ਤੋਂ ਲੈਣ ਤੋਂ ਬਾਅਦ ਮਨੁੱਖ ਵਿੱਚ ਜ਼ਿਆਦਾ ਤਰੇ ਤਾਜ਼ਗੀ ਹੁੰਦੀ ਹੈ। ਨੀਂਦ ਘੱਟ ਕਰਨ ਦਾ ਹੌਲੀ ਹੌਲੀ ਅਭਿਆਸ ਕਰਨਾ ਚਾਹੀਦਾ ਹੈ, ਭਾਵ ਥੋੜ੍ਹਾ ਥੋੜ੍ਹਾ ਕਰਕੇ ਨੀਂਦ ਘਟਾਉਣੀ ਚਾਹੀਦੀ ਹੈ। ਰਾਤ ਨੂੰ ਜਾਗਣਾ ਬਹੁਤ ਮੁਸ਼ਕਿਲ ਹੈ, ਇਸ ਲਈ ਇਹ ਅਭਿਆਸ ਨਾਲ ਹੀ ਹੋ ਸਕਦਾ ਹੈ। ਸੰਸਾਰ ਵਿੱਚ ਰੋਗੀ, ਭੋਗੀ, ਜੋਗੀ ਅਤੇ ਪਰਮਾਤਮਾ ਕੇਵਲ ਇਹ 4 ਹੀ ਜਾਗਦੇ ਰਹਿੰਦੇ ਹਨ। ਇਸ ਕਰਕੇ ਜਾਂ ਤਾਂ ਰੋਗੀ ਉਹਨੂੰ ਨੀਂਦ ਨਹੀਂ ਆਉਂਦੀ, ਜਾਂ ਭੋਗੀ ਹੈ ਜਿਹੜੇ, ਜਾਂ ਜੋਗੀ ਹੈ, ਜਾਂ ਪਰਮਾਤਮਾ। ਇਹ 4 ਜਾਗਦੇ ਰਹਿੰਦੇ, ਬਾਕੀ ਸਭ ਸੌ ਜਾਂਦੇ ਹਨ। ਕਹਿੰਦੇ ਹਨ ਜੇ ਜਾਗਣਾ ਰਾਤ ਨੂੰ ਬਹੁਤ ਮੁਸ਼ਕਿਲ, ਜਾਂ ਕੋਈ ਜਾਗਦਾ ਦੁਖੀ ਆ ਬਿਮਾਰ ਰਾਤੀ, ਜਾਂ ਕੋਈ ਜਾਗਦਾ ਰੱਬ ਦੀ ਬੰਦਗੀ ਕਰਨ ਵਾਲਾ, ਜਾਂ ਕੋਈ ਜਾਗਦਾ ਕਿਸੇ ਦਾ ਯਾਰ ਰਾਤੀ, ਬੂਟਿਆ ਹੋਰ ਸਭ ਸੌਂ ਜਾਵੇ, ਜਾਂ ਉਹ ਜਾਗਦਾ ਸੱਚਾ ਪਰਵਦਗਾਰ ਰਾਤੀ, ਜਾਂ ਦਾ ਪਰਮਾਤਮਾ ਜਾਗਦਾ। 13ਵਾਂ, ਧਿਆਨ ਦੇ ਪੱਕੇ ਹੋਣ ਲਈ 5 ਜਾਂ 6 ਸਾਲ ਦੀ ਇਕਾਂਤਵਾਸ ਜ਼ਰੂਰੀ ਹੈ। ਸ਼ੁਰੂ ਵਿੱਚ ਧਿਆਨ ਲਗਾਉਣ ਦੇ ਲਈ ਹਨੇਰਾ ਕਮਰਾ ਵੀ ਚੰਗਾ ਹੈ। ਜੇਕਰ ਪ੍ਰਕਾਸ਼ ਵਿਘਨ ਪਾਉਂਦਾ ਹੋਵੇ ਤਾਂ ਖਿੜਕੀਆਂ ਬੰਦ ਕਰ ਲਵੋ ਜਾਂ ਉਹਨਾਂ 'ਤੇ ਪਰਦਾ ਪਾ ਦਿਓ। 15ਵਾਂ, ਧਿਆਨ ਲਗਾਉਂਦੇ ਸਮੇਂ ਅੱਖ ਜਾਂ ਮਨ 'ਤੇ ਬੋਝ ਨਾ ਪਾਓ। ਵਿਚਾਰਾਂ ਦੇ ਪ੍ਰਵਾਹ ਨੂੰ ਸਹਿਜ ਆਰਾਮ ਨਾਲ ਬਹਿਣ ਦਿਓ। ਪਹਿਲ ਵਿਘਨਕਾਰੀ ਵਿਚਾਰਾਂ ਨੂੰ ਜ਼ਬਰਦਸਤੀ ਭਜਾਉਣ ਦਾ ਯਤਨ ਨਾ ਕਰੋ। ਮਨ ਵਿੱਚ ਚੰਗੇ ਵਿਚਾਰ ਰੱਖੋ, ਬੁਰੇ ਵਿਚਾਰ ਮਨ ਵਿੱਚੋਂ ਆਪਣੇ ਆਪ ਹੀ ਨਿਕਲ ਜਾਣਗੇ। ਜੇਕਰ ਧਿਆਨ ਦੇ ਸਮੇਂ ਜ਼ਿਆਦਾ ਬੋਝ ਮਹਿਸੂਸ ਹੋਵੇ ਤਾਂ ਧਿਆਨ ਦੇ ਘੰਟੇ ਕੁਝ ਦਿਨਾਂ ਦੇ ਲਈ ਘੱਟ ਕਰ ਦਿਓ ਅਤੇ ਕੇਵਲ ਹਲਕਾ ਧਿਆਨ ਲਗਾਓ। ਗਹਿਰਾ ਧਿਆਨ ਨਾ ਲਗਾਓ, ਪਰ ਬਾਅਦ ਵਿੱਚ ਫਿਰ ਧਿਆਨ ਦੇ ਘੰਟੇ ਵਧਾ ਦਿਓ। 16ਵਾਂ, ਧਿਆਨ ਦੀ ਅੱਗ ਬਾਲਣ ਦੇ ਲਈ ਤੀਬਰ ਵਿਰਾਗ ਅਤੇ ਗਹਿਰੇ ਧਿਆਨ ਦੀ ਧੌਂਕਣੀ ਦੀ ਪ੍ਰਯੋਗ ਕਰੋ। ਅਭਿਆਸ ਵਿੱਚ ਤਰੱਕੀ ਨਾ ਹੋਣ ਦਾ ਇੱਕ ਕਾਰਨ ਪੂਰਨ ਵਿਰਾਗ ਦਾ ਨਾ ਹੋਣਾ ਹੈ। ਭੋਗਾਂ ਦੀ ਰੁਚੀ ਧਿਆਨ ਮਾਰਗ ਵਿੱਚ ਵੱਡੀ ਰੁਕਾਵਟ ਹੈ। 2 ਖਰਗੋਸ਼ਾਂ ਦੇ ਪਿੱਛੇ ਨਾ ਭੱਜੋ, ਕੇਵਲ ਇੱਕ ਹੀ ਪਰਮਾਤਮਾ ਦੇ ਨਾਲ ਹੀ ਪ੍ਰੇਮ, ਅਨੁਰਾਗ, ਪਿਆਰ ਹੋਵੇ। ਪਰਮਾਤਮਾ ਦੇ ਦਰਸ਼ਨ ਲਈ ਤੁਹਾਨੂੰ ਆਪਣਾ 100% ਮਨ ਭਗਵਾਨ ਨੂੰ ਦੇਣਾ ਪਏਗਾ, ਅਤੇ ਅਸੀਂ ਮਨ ਦਾ ਕਈ ਪਾਸੇ ਦੇਈ ਫਿਰਦੇ ਹਾਂ। ਸਾਡੇ ਪਿਛਲੇ ਸੰਸਕਾਰ ਵੀ ਧਿਆਨ ਵਿੱਚ ਰੁਕਾਵਟ ਪਾਉਂਦੇ ਹਨ। ਇਸ ਲਈ ਪੁਰਾਣੇ ਸੰਸਕਾਰਾਂ ਨੂੰ ਧੋਣ ਦੇ ਲਈ ਮਨ ਤੋਂ ਵਾਸ਼ਨਾ ਨੂੰ ਮਾਰ ਭਜਾਓ ਅਤੇ ਮਨ ਵਿੱਚ ਬੁੱਧ ਵਿਚਾਰ ਰੱਖੋ। ਮਨ ਵਿੱਚ ਬੁਰਾ ਵਿਚਾਰ ਨਾ ਆਵੇ। ਟਿਊਬ ਦੇ ਵਿੱਚ ਪੰਚਰ ਹੋਵੇ ਤਾਂ ਫੂਕ ਭਰਦੇ ਜਾਓ, ਪਰ ਸਫਲਤਾ ਨਹੀਂ ਮਿਲੀ। ਟਿਊਬ ਪੈਂਚਰ ਹੋਵੇ ਨਾ, ਜਿੰਨਾ ਚਿਰ ਪੰਪ ਮਾਰੋਗੇ ਹੈਗਾ ਛੱਡਿਆ ਫੇਰ ਨਿਕਲ ਜਾਣੀ। ਇਸ ਤਰ੍ਹਾਂ ਹੀ ਹੈ। ਜੇਕਰ ਤੁਸੀਂ ਕਈ ਸਾਲਾਂ ਤੋਂ ਧਿਆਨ ਲਗਾ ਰਹੇ ਹੋ ਫਿਰ ਵੀ ਧਿਆਨ ਸਫਲ ਨਹੀਂ ਹੁੰਦਾ, ਕਾਰਨ ਇਹ ਹੈ ਕਿ ਮਨ ਵਿੱਚ ਲੋਭ, ਜੇਕਰ ਧਨ ਦਾ ਖਿਆਲ ਆਵੇ, ਮੋਹ, ਜੇਕਰ ਪੁੱਤਰ ਇਸਤਰੀ ਮਿੱਤਰ ਦਾ ਖਿਆਲ ਆਵੇ, ਹੰਕਾਰ, ਜੇਕਰ ਆਪਣੇ ਕਾਰਨਾਮਿਆਂ ਦਾ ਖਿਆਲ ਆਵੇ ਆਦਿ, ਇਹ ਸੁਰਾਖ ਹੈ ਜੋ ਬੰਦ ਕਰਨੇ ਪੈਣਗੇ। ਇਹਨਾਂ ਨੂੰ ਅਭਿਆਸ ਦੀ ਰੇਤੀ ਨਾਲ ਰਗੜੋ, ਭਗਤੀ ਦਾ ਸੋਲਿਊਸ਼ਨ ਲਗਾਓ ਅਤੇ ਗਿਆਨ ਦੀ ਟਾਕੀ ਲਗਾ ਦਿਓ। ਜਿਵੇਂ ਲਾ ਦਈਏ ਨਾ ਜਿੱਥੇ ਪੈਂਚਰ ਹੋਵੇ, ਹਵਾ ਭਰਤ ਰਹਿ ਜਾਂਦੀ। ਇਹ ਗਹਿਰਾ ਧਿਆਨ ਲੱਗ ਜਾਏਗਾ, ਪਰ ਧਿਆਨ ਦੇ ਸਮੇਂ ਸਾਡਾ ਸਰੀਰ ਕਿਤੇ ਹੁੰਦਾ ਹੈ ਅਤੇ ਮਨ ਕਿਤੇ ਹੋਰ ਹੁੰਦਾ ਹੈ।
ਅਸੀਂ ਭਜਨ ਕਰਦੇ ਹਾਂ ਪਰਮਾਤਮਾ ਦਾ, ਪਰ ਅਸਲ ਵਿੱਚ ਸੰਸਾਰ ਦਾ ਭਜਨ ਕਰਦੇ ਹਾਂ। ਐਸੀ ਬਸ ਹੋਏ ਸਾਡਾ ਧਿਆਨ ਕਿਵੇਂ ਲੱਗੇ। ਇਸ ਲਈ ਧਿਆਨ ਲਗਾਉਂਦੇ ਸਮੇਂ ਮਨ ਈਸ਼ਵਰ ਦੇ ਚਿੰਤਨ ਦੇ ਸਿਵਾ ਹੋਰ ਕੋਈ ਕੰਮ ਨਾ ਕਰੇ, ਉਧਰੇ ਧਿਆਨ ਰਹੇ। ਹਲਕਾ ਤੇ ਸਾਤਵਿਕ ਭੋਜਨ ਨਾ ਕਰਨ ਨਾਲ ਵੀ ਧਿਆਨ ਵਿੱਚ ਬੜਾ ਵਿਘਨ ਪੈਂਦਾ ਹੈ। ਹੁਣ ਮਿਰਚ ਮਸਾਲਾ ਚੰਗਾ ਖਾਧਾ ਹੈ, ਆਂਡੇ ਮੀਟ ਸ਼ਰਾਬਾਂ ਖਾਧੀਆਂ, ਫਿਰ ਧਿਆਨ ਕਿੱਥੋਂ ਲੱਗ ਜਾਊਗਾ। ਇਸ ਲਈ ਤੁਹਾਡੇ ਲਈ 4 ਚੀਜ਼ਾਂ ਦਾ ਹੋਣਾ ਜ਼ਰੂਰੀ ਹੈ। ਊੜਾ ਸ਼ੁੱਧ ਆਹਾਰ, ਐੜਾ ਸ਼ੁੱਧ ਵਿਚਾਰ, ਈੜੀ ਸ਼ੁੱਧ ਕਾਲ ਸਮਾਂ, ਹਾਂਜੀ ਉਹ ਸਮੇਂ ਹੋਰ ਕੋਈ ਕੰਮ ਨਾ ਹੋਵੇ, ਹਾਂਜੀ। ਅਤੇ ਫਿਰ ਸੱਸਾ ਸ਼ੁੱਧ ਸਥਾਨ, ਭਾਵ ਕਮਰੇ ਵਿੱਚ ਖਰਾਬ ਚੀਜ਼ਾਂ ਦੀ ਫੋਟੋ ਨਾ ਹੋਵੇ। ਨੰਬਰ 17ਵਾਂ ਗਾਇਤਰੀ ਦਾ ਅਰਥ ਅਤੇ ਭਾਵਨਾ ਦੇ ਨਾਲ ਜਾਂ ਮੂਲ ਮੰਤਰ ਦੇ ਨਾਲ ਪੂਰੇ ਨਿਯਮ ਅਤੇ ਪਵਿੱਤਰਤਾ ਦੇ ਨਾਲ ਜੇਕਰ 1.25 ਕਰੋੜ ਵਾਰੀ ਜਪ ਕੀਤਾ ਜਾਏ ਤਾਂ ਹਿਰਦੇ ਦੀ ਭੂਮੀ ਭਗਤੀ ਦਾ ਬੀਜ ਬੀਜਣ ਯੋਗ ਹੋ ਜਾਂਦੀ ਹੈ। ਇਸ ਦੇ ਬਾਅਦ ਓਂਕਾਰ ਦਾ ਹੀ ਧਿਆਨ ਅਤੇ ਓਂਕਾਰ ਦੀ ਹੀ 1.25 ਕਰੋੜ ਮਾਨਸਿਕ ਜਪ ਕੀਤਾ ਜਾਏ ਤਾਂ ਬਿਨਾਂ ਸ਼ੱਕ ਹੀ ਇਕਾਗਰਤਾ ਪ੍ਰਾਪਤ ਹੋ ਜਾਂਦੀ ਹੈ ਅਤੇ ਜੋਤੀ ਦੇ ਦਰਸ਼ਨ ਹੁੰਦੇ ਹਨ। ਇਹ ਆਨੰਦ ਸੁਆਮੀ ਜੀ ਨੇ ਆਪਣਾ ਤਜਰਬਾ ਦੱਸਿਆ ਹੈ। 18ਵਾਂ ਆਪਣੇ ਘਰ ਵੀ ਰੋਜ਼ਾਨਾ ਭਜਨ ਕਰਨ ਤੋਂ ਇਲਾਵਾ ਜੇਕਰ ਸਾਲ ਵਿੱਚ 1-2 ਵਾਰ ਬਿਲਕੁਲ ਇਕਾਂਤ ਅਤੇ ਹਾਂਜੀ ਬੇਆਵਾਜ਼ ਨਿਰਜਨ ਜੰਗਲ ਜਾਂ ਸਥਾਨ ਵਿੱਚ ਜਾ ਕੇ ਆਪਣੇ ਆਪ ਨੂੰ ਪ੍ਰਭੂ ਨੂੰ ਅਰਪਣ ਕਰਕੇ ਭਜਨ ਕੀਤਾ ਜਾਵੇ ਤਾਂ ਸਫਲਤਾ ਜਲਦੀ ਮਿਲਦੀ ਹੈ। ਹਫ਼ਤੇ ਵਿੱਚ 1 ਦਿਨ ਮੌਨ ਰਹਿਣ ਨਾਲ ਵੀ ਮਾਨਸਿਕ ਅਤੇ ਅਧਿਆਤਮਿਕ ਸ਼ਕਤੀ ਵੱਧਦੀ ਹੈ। ਇਹ ਵੀ ਆਨੰਦ ਸੁਆਮੀ ਜੀ ਨੇ ਆਪਣਾ ਤਜਰਬਾ ਦੱਸਿਆ। 19ਵਾਂ ਭਜਨ ਵਿੱਚ ਪ੍ਰਮਾਦ ਜਾਂ ਆਲਸ ਤੋਂ ਵੱਧ ਕੇ ਕੋਈ ਵੱਡੀ ਮੌਤ ਨਹੀਂ ਹੈ ਜੀ। ਦਲਿੱਦਰ ਧਾਰ ਲੈਣਾ ਜਾਂ ਲਾਪਰਵਾਹੀ ਕਰਨੀ, ਚੱਲ ਕੱਲ੍ਹ ਕਰ ਲਾਂਗੇ, ਪਰਸੋਂ ਕਰ ਲਾਂਗੇ, ਇਸ ਲਈ ਭਜਨ ਵਿੱਚ ਨਾਗਾ ਨਾ ਪਾਵੇ। ਯੋਗ ਵਿੱਚ ਥੋੜ੍ਹੀ ਜਿਹੀ ਅਣਗਹਿਲੀ ਵੀ ਮੌਤ ਹੈ। ਇਸ ਲਈ ਆਲਸ ਧਿਆਨ ਯੋਗ ਵਿੱਚ ਵੱਡੀ ਰੁਕਾਵਟ ਹੈ। ਸਖਤ ਮਿਹਨਤ ਕਰਨ ਨੂੰ ਜੀ ਨਾ ਕਰਨਾ ਵੀ ਵੱਡੀ ਰੁਕਾਵਟ ਹੈ। ਸੁਭਾਵਿਕ ਆਲਸ ਅਤੇ ਮਨ ਦੀ ਚੰਚਲਤਾ ਨੂੰ ਸੁਧਾਰਨ ਦੇ ਲਈ ਇੱਛਾ ਸ਼ਕਤੀ ਤੋਂ ਕੰਮ ਲਵੇ, ਕਿਉਂਕਿ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਅੱਗੇ ਹੁਣ 21ਵਾਂ ਆਪੇ 20ਵਾਂ ਚਿੰਤਾ, ਡਰ ਅਤੇ ਘਬਰਾਹਟ ਧਿਆਨ ਯੋਗ ਵਿੱਚ ਰੁਕਾਵਟ ਪਾਉਂਦੇ ਹਨ। ਜੇ ਉੱਥੇ ਸੱਪ ਦਾ ਡਰ ਹੈ ਤਾਂ ਬਿਰਤੀ ਕਿਵੇਂ ਟਿਕੂਗੀ। ਪਰ ਇਹ ਗੱਲ ਯਾਦ ਰੱਖੋ ਕਿ ਚਿੰਤਾ ਜਾਂ ਘਬਰਾਹਟ ਆਦਿ ਨਾਲ ਕੋਈ ਗੱਲ ਨਹੀਂ ਸੁਧਰਦੀ, ਸਗੋਂ ਹੋਰ ਵਿਗੜ ਜਾਂਦੀ ਹੈ। ਇਸ ਲਈ ਮਨ ਨੂੰ ਹਰ ਸਮੇਂ ਖੁਸ਼ ਰੱਖੋ, ਇਸ ਨਾਲ ਧਿਆਨ ਵਿੱਚ ਸਹਾਇਤਾ ਮਿਲੇਗੀ। ਚਿੰਤਾ ਅਤੇ ਭੈ ਦੀ ਥਾਂ 'ਤੇ ਮਨ ਨੂੰ ਸਾਹਸ, ਆਸਾ, ਆਤਮ ਵਿਸ਼ਵਾਸ ਅਤੇ ਈਸ਼ਵਰ ਸ਼ਰਧਾ ਨਾਲ ਭਰ ਦੇਣਾ ਚਾਹੀਦਾ ਹੈ। 21ਵਾਂ ਥਕਾਵਟ ਧਿਆਨ ਵਿੱਚ ਯੋਗ ਵਿੱਚ ਰੁਕਾਵਟ ਹੈ। ਥੱਕੇ ਹੋਏ ਦਿਮਾਗ ਤੋਂ ਕੋਈ ਕੰਮ ਨਾ ਲਵੇ। ਜਦੋਂ ਕੰਮ ਨਾ ਲਓ, ਕਿਉਂ? ਉਦੋਂ ਸਫਲਤਾ ਨਹੀਂ ਮਿਲਣੀ। ਅਜਿਹੇ ਮਨ ਨੂੰ ਕਿਸੇ ਕੰਮ ਤੋਂ ਇਨਕਾਰ ਕਰਨਾ ਭੁੱਲ ਹੈ। ਸਰੀਰਕ ਜਾਂ ਦਿਮਾਗੀ ਥਕਾਵਟ ਤੋਂ ਬਾਅਦ ਆਰਾਮ ਕਰਨਾ ਜ਼ਰੂਰੀ ਹੈ। ਬਹੁਤ ਸਾਰੇ ਕੰਮ ਧੰਦੇ ਕਰਨ ਦਾ ਨਤੀਜਾ ਇਹ ਹੁੰਦਾ ਹੈ ਕਿ ਦਿਮਾਗ ਇੱਧਰ ਉੱਧਰ ਭਟਕਦਾ ਰਹਿੰਦਾ ਹੈ, ਕਿਉਂਕਿ ਅਜਿਹੀ ਹਾਲਤ ਵਿੱਚ ਧਿਆਨ ਨੂੰ ਇੱਕ ਵੱਡੇ ਖੇਤਰ ਵਿੱਚ ਫੈਲਾ ਦੇਣ ਦੀ ਆਦਤ ਪੈ ਜਾਂਦੀ ਹੈ। ਕੋਈ ਵੀ ਮਨੁੱਖ ਬਹੁਤ ਸਾਰੇ ਕੰਮਾਂ ਵੱਲ ਧਿਆਨ ਦੇ ਕੇ ਮਨ ਦੀ ਇਕਾਗਰਤਾ ਪ੍ਰਾਪਤ ਨਹੀਂ ਕਰ ਸਕਦਾ ਹੈ। ਇਸ ਲਈ ਧਿਆਨ ਦੇ ਫੈਲਾਅ ਨੂੰ ਘੱਟ ਕਰਕੇ ਮਨ ਨੂੰ ਇਕਾਗਰ ਕਰੋ। ਦੂਸਰਾ, ਦਿਨ ਰਾਤ ਕਠੋਰ ਮਿਹਨਤ ਕਰਨ ਨਾਲ ਸਰੀਰ ਅਤੇ ਦਿਮਾਗ ਬਿਲਕੁਲ ਥੱਕ ਜਾਂਦੇ ਹਨ ਅਤੇ ਥੱਕੇ ਹੋਏ ਦਿਮਾਗ ਨਾਲ ਧਿਆਨ ਲਗਾਉਣਾ ਤਾਂ ਦੂਰ ਦੀ ਗੱਲ ਰਹੀ, ਕੋਈ ਵੀ ਕੰਮ ਕਰਨਾ ਸੰਭਵ ਨਹੀਂ। ਇਸ ਲਈ ਹਰ ਥਾਂ ਆਪਣੀਆਂ ਲੱਤਾਂ ਨਾ ਪਸਾਓ। ਜਿਹੜੇ ਹੁਣ ਜ਼ਿਆਦਾ ਬਿਹਾਰ ਵਧਾਓਗੇ ਫਿਰ ਭਜਨ ਕਿੱਥੇ ਕਰੋਗੇ। ਜੇ ਇਸ ਨਾਲ ਮਨ ਭਟਕਦਾ ਰਹੇ ਅਤੇ ਇੰਨੀ ਥਕਾਵਟ ਹੋ ਜਾਏ ਕਿ ਭਜਨ ਕਰਨ ਨੂੰ ਜੀ ਹੀ ਨਾ ਕਰੇ। 22ਵਾਂ ਆਲਸ, ਮਿਹਨਤ ਤੋਂ ਜੀ ਚੁਰਾਉਣਾ, ਮਨ ਦੀ ਚੰਚਲਤਾ, ਚਿੰਤਾ, ਡਰ, ਘਬਰਾਹਟ ਅਤੇ ਥਕਾਵਟ ਆਦਿ ਇਹ ਧਿਆਨ ਯੋਗ ਵਿੱਚ ਅੰਦਰੂਨੀ ਰੁਕਾਵਟਾਂ ਹਨ। ਇਹਨਾਂ ਰੁਕਾਵਟਾਂ ਨੂੰ ਦੂਰ ਕਰਨ ਦੇ ਉਪਾਅ ਨਾਲੋਂ ਨਾਲ ਉੱਪਰ ਹੀ ਦੱਸ ਦਿੱਤੇ ਗਏ ਹਨ। ਰੌਲਾ ਰੱਪਾ ਧਿਆਨ ਵਿੱਚ ਬਾਹਰੀ ਰੁਕਾਵਟ ਹੈ। ਇਸ ਲਈ ਭਜਨ ਕਰਨ ਦੇ ਲਈ ਇਕਾਂਤ ਸਥਾਨ ਹੋਣਾ ਚਾਹੀਦਾ ਹੈ। ਜੇਕਰ ਭਜਨ ਕਰਨ ਦੇ ਲਈ ਘਰ ਵਿੱਚ ਕੋਈ ਅਲੱਗ ਸਥਾਨ ਨਾ ਹੋਵੇ ਤਾਂ ਰੋਜ਼ ਅੰਮ੍ਰਿਤ ਵੇਲੇ ਉੱਠੋ। ਜਦੋਂ ਕਿਸੇ ਤਰ੍ਹਾਂ ਦਾ
ਸ਼ੋਰ ਸ਼ਰਾਬਾ ਨਹੀਂ ਹੁੰਦਾ ਅਤੇ ਧਿਆਨ ਵਿੱਚ ਬੜੀ ਸਹਾਇਤਾ ਮਿਲਦੀ ਹੈ। ਇਕਾਂਤ ਅਤੇ ਖਾਮੋਸ਼ੀ ਧਿਆਨ ਵਿੱਚ ਬੜੀ ਸਹਾਇਤਾ ਦਿੰਦੇ ਹਨ। 23ਵਾਂ ਸ਼ਬਦ ਦੋ ਤਰ੍ਹਾਂ ਦੇ ਹੁੰਦੇ ਹਨ, ਆਹਤ ਅਤੇ ਅਨਾਹਤ। ਜੋ ਸ਼ਬਦ ਜ਼ੋਰ ਲਗਾਉਣ ਨਾਲ ਪੈਦਾ ਹੁੰਦੇ ਹਨ ਉਹ ਆਹਤ ਸ਼ਬਦ ਕਹਾਉਂਦੇ ਹਨ, ਅਤੇ ਜੋ ਬਿਨਾਂ ਜ਼ੋਰ ਦੇ ਭਾਵ ਆਪਣੇ ਆਪ ਪ੍ਰਗਟ ਹੋਣ ਉਹਨਾਂ ਨੂੰ ਅਨਾਹਤ ਸ਼ਬਦ ਕਹਿੰਦੇ ਹਨ। ਸਵਾਮੀ ਦਇਆਨੰਦ ਅਤੇ ਦੂਸਰੇ ਮਹਾਂਪੁਰਖਾਂ ਦਾ ਵਿਚਾਰ ਹੈ ਕਿ ਪਰਮਾਤਮਾ ਨੇ ਵੇਦਾਂ ਦਾ ਗਿਆਨ ਅਨਾਹਤ ਸ਼ਬਦ ਰਾਹੀਂ ਪ੍ਰਗਟ ਕੀਤਾ ਹੈ। ਅਨਾਹਤ ਸ਼ਬਦ ਜਾਂ ਨਾਦ ਦੀ ਪ੍ਰਾਪਤੀ ਦਾ ਸਾਧਨ ਧਿਆਨ ਯੋਗ ਹੀ ਹੈ। ਜੇ ਕੋਈ ਨਾਦ ਸ਼ਬਦ ਅਤੇ ਉਸ ਨੂੰ ਠੀਕ ਤਰ੍ਹਾਂ ਜਾਣਨ ਦੀ ਇੱਛਾ ਰੱਖਦਾ ਹੋਵੇ, ਉਸ ਨੂੰ ਚਾਹੀਦਾ ਹੈ ਕਿ ਧਿਆਨ ਦੇ ਭੇਦ ਨੂੰ ਸਿੱਖੇ। ਸਭ ਤੋਂ ਪਹਿਲਾਂ ਸਾਧਕ ਆਪਣੀਆਂ ਸਭ ਇੰਦਰੀਆਂ ਨੂੰ ਸਭ ਵਿਸ਼ਿਆਂ ਤੋਂ ਹਟਾ ਕੇ ਇਸ ਗੱਲ 'ਤੇ ਵਿਚਾਰ ਕਰੇ ਕਿ ਇੰਦਰੀਆਂ ਦਾ ਰਾਜਾ ਮਨ ਹੈ। ਇਹੀ ਸਕਲ ਵਿਕਲਪ ਉਠਾਉਂਦਾ ਹੈ ਅਤੇ ਇਹੀ ਮਾਇਆ ਜਾਲ ਵਿੱਚ ਫਸਾਉਂਦਾ ਹੈ। ਇਹੀ ਸਤ ਵਸਤੂ ਨੂੰ ਅਸਤ ਕਰਕੇ ਦਿਖਾਉਂਦਾ ਹੈ। ਇਸ ਲਈ ਸਾਧਕ ਨੂੰ ਚਾਹੀਦਾ ਹੈ ਕਿ ਇਸ ਮਨ ਨੂੰ ਬਸ ਵਿੱਚ ਕਰੇ। ਫਿਰ ਸਾਧਕ ਨੂੰ ਇਸ ਸੰਸਾਰ ਸੁਪਨੇ ਦੀਆਂ ਚੀਜ਼ਾਂ ਸਮਾਨ ਝੂਠਾ ਨਜ਼ਰ ਆਉਣ ਲੱਗੇਗਾ, ਅਤੇ ਜਦੋਂ ਬਾਹਰ ਦੇ ਸ਼ਬਦ ਸੁਣਨੇ ਬੰਦ ਹੋ ਜਾਣਗੇ ਤਾਂ ਉਸ ਨੂੰ ਆਪਣੇ ਅੰਦਰ ਨਾਦ ਸ਼ਬਦ ਸੁਣਾਈ ਦੇਵੇਗਾ। ਭਾਈ ਗੁਰਦਾਸ ਜੀ ਵੀ ਕਹਿੰਦੇ ਹਨ ਕਿ ਅੰਦਰ ਤੋਂ ਜਾਗ ਅਤੇ ਬਾਹਰ ਵੱਲੋਂ ਸੌਂ ਜਾ, ਅਤੇ ਸੁਰਤ ਸ਼ਬਦ ਅਭਿਆਸ ਕਰ, ਅਤੇ ਜੋ ਸ਼ਬਦ ਹਿਰਦੇ ਵਿੱਚ ਸ਼੍ਰੀ ਗੁਰੂ ਜੀ ਮਹਾਰਾਜ ਨੇ ਸੁਣਨ ਦਾ ਹੁਕਮ ਦਿੱਤਾ ਹੈ, ਉਸ ਤੋਂ ਇਲਾਵਾ ਹੋਰ ਆਵਾਜ਼ ਨੂੰ ਸੁਣਨਾ ਨਹੀਂ ਚਾਹੀਦਾ ਹੈ। ਧਿਆਨ ਜਾਂ ਸਮਾਧੀ ਕਾਲ ਵਿੱਚ ਸਾਧਕ ਦੇ ਅਨੁਭਵ। ਸਮਾਧੀ ਕਾਲ ਵਿੱਚ ਸਰੀਰ ਅਤੇ ਸੰਸਾਰ ਦਾ ਗਿਆਨ ਨਹੀਂ ਰਹਿੰਦਾ। ਉਸ ਸਮੇਂ ਨਾਮ ਰੂਪ ਦਾ ਵੀ ਗਿਆਨ ਨਹੀਂ ਰਹਿੰਦਾ। ਕੇਵਲ ਤੇ ਵਸਤੂ ਭਾਵ ਬ੍ਰਹਮ ਹੀ ਬ੍ਰਹਮ ਨਜ਼ਰ ਆਉਂਦਾ ਹੈ, ਕਿਉਂਕਿ ਸਮਾਧੀ ਕਾਲ ਵਿੱਚ ਚਿੱਤ ਦਾ ਸਹਾਰਾ ਕੇਵਲ ਬ੍ਰਹਮ ਹੀ ਹੈ ਅਤੇ ਅੰਤ ਵਿੱਚ ਸਿਮਰਨ ਬੰਦ ਹੋ ਜਾਂਦਾ ਹੈ। ਸਿਮਰਨ ਦੀ ਸਰੀਰਕ ਤੇ ਮਾਨਸਿਕ ਦੋਨੋਂ ਅਵਸਥਾਵਾਂ ਸਮਾਪਤ ਹੋ ਜਾਂਦੀਆਂ ਹਨ ਅਤੇ ਮਨ ਅਡੋਲ ਇੱਕ ਤਾਰ ਵਿੱਚ ਪਰੋਇਆ ਹੋਇਆ ਇਕਾਗਰ ਟਿਕਿਆ ਰਹਿੰਦਾ ਹੈ। ਭਾਵ ਮਨ ਬਿਲਕੁਲ ਸਥਿਰ, ਨਿਸ਼ਚਲ ਅਤੇ ਸ਼ਾਂਤ ਟਿਕਿਆ ਰਹਿੰਦਾ ਹੈ, ਅਤੇ ਉਸ ਨੂੰ ਅਜਿਹਾ ਮਹਿਸੂਸ ਹੁੰਦਾ ਹੈ ਕਿ ਜਿਵੇਂ ਕੋਈ ਦੁਰਲੱਭ ਚੀਜ਼ ਮਿਲ ਗਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।